A very good morning to my dear students. Continuing with the next topic of demand, today we are going to learn about the determinants of demand. Determinants means those who actually decide or determine the demand of a commodity. So we are going to discuss about the determinants of a demand. First, we are going to discuss about the individual demand, that means a person or buyer, which factors determine its demand. As usual, first point is the price of own good. ਜਿਹੜਾ ਗੁੱਡ ਦਾ ਪ੍ਰਾਈਸ ਹੈਗਾ ਉਹ ਡਿਸਾਈਡ ਕਰਦਾ ਅਸੀਂ ਕਿੰਨੀ ਉਹਦੀ ਕੁਆਂਟੀਟੀ ਲਵਾਂਗੇ। ਬਟ ਪ੍ਰਾਈਸ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਬਾਕੀ ਜਿੰਨੇ ਵੀ ਅਸੀਂ ਫੈਕਟਰਸ ਡਿਸਕਸ ਕਰਨ ਜਾ ਰਹੇ ਉਹ ਸਾਰੇ ਕੀ ਹੋਣੇ ਚਾਹੀਦੇ ਨੇ, ਕਨਸਟੈਂਟ ਹੋਣੇ ਚਾਹੀਦੇ ਨੇ। ਅਦਰ ਫੈਕਟਰਸ ਰਿਮੇਨਸ ਕਨਸਟੈਂਟ, there is a inverse relation between price and quantity demanded। ਜੇ ਬਾਕੀ ਸਾਰੇ ਫੈਕਟਰਸ ਜਿਹੜੇ ਹੈਗੇ ਨੇ ਕਨਸਟੈਂਟ ਰਹਿਣਗੇ, ਅਸੀਂ ਪਿੱਛੇ ਕੀਤਾ ਸੀ ਲਾਅ ਆਫ ਡਿਮਾਂਡ 'ਚ ਇਨਕਮ ਆਫ ਦਾ ਕੰਜ਼ਿਊਮਰ, ਟੇਸਟ ਐਂਡ ਪ੍ਰੈਫਰੈਂਸਿਸ, ਸਾਰੀਆਂ ਕਨਸਟੈਂਟ ਰਹਿਣਗੀਆਂ, ਫਿਰ ਇਨਵਰਸ ਰਿਲੇਸ਼ਨ ਹੋਏਗਾ ਬਿਟਵੀਨ ਪ੍ਰਾਈਸ ਐਂਡ ਕੁਆਂਟਿਟੀ ਡਿਮਾਂਡਡ। ਮਤਲਬ ਇਫ ਦੇयर ਇਜ਼ ਰਾਈਜ਼ ਇਨ ਪ੍ਰਾਈਸ ਰਾਈਜ਼ ਹੋ ਜਾਏਗਾ, ਉਹਦੀ ਕੁਆਂਟਿਟੀ ਡਿਮਾਂਡਡ ਲੋਕੀ ਉਹਨੂੰ ਕੀ ਕਰਨਗੇ, ਘੱਟ ਬਾਏ ਕਰਨਗੇ। ਜੇ ਉਹਦਾ ਪ੍ਰਾਈਸ ਫਾਲ ਹੋ ਜਾਏਗਾ, ਕੁਆਂਟਿਟੀ ਡਿਮਾਂਡਡ ਕੀ ਹੋ ਜਾਏਗੀ, ਇਨਕਰੀਜ਼। ਮਤਲਬ ਦੋਨਾਂ ਦੇ ਵਿੱਚ ਆਪਸ 'ਚ ਕੀ ਹੈ, ਇਨਵਰਸ ਰਿਲੇਸ਼ਨ ਹੈ। Moving to the second point is the income of the consumer। ਸਾਡੀ income it plays a very important role while determining the demand of a product। ਉਹ ਕਿਸ ਤਰੀਕੇ ਨਾਲ ਅਸੀਂ ਕਿਹਾ the demand of a good ਜਿਹੜੀ ਹੈ ਉਹ increase ਕਰੇਗੀ ਕਿ decrease ਕਰੇਗੀ ਕਿ income ਦੇ according, that depends on the nature of a good, ਕਿ ਜਿਹੜਾ ਅਸੀਂ ਸਮਾਨ ਖਰੀਦਣ ਜਾ ਰਹੇ ਹਾਂ ਉਹਦਾ nature ਕੀ ਹੈਗਾ। ਫਸਟ ਅਸੀਂ ਗੱਲ ਕਰਦੇ ਹਾਂ the effect of change in income on a demand for a good depends on whether it is a normal good or inferior good। मतलब nature ਦੇ according goods ਦੋ ਤਰੀਕੇ ਦੇ ਹੋਣਗੇ, one is the normal and other is the inferior good। ਹੁਣ ਅਸੀਂ ਗੱਲ ਕਰਦੇ ਹਾਂ ਨਾਰਮਲ ਗੁੱਡ ਕਿਹੜਾ ਹੁੰਦਾ ਹੈ। ਨਾਰਮਲ ਗੁੱਡ ਉਹ ਗੁੱਡ ਹੈਗਾ ਜਿਹਦੀ ਡਿਮਾਂਡ ਇਨਕਰੀਜ਼ ਹੁੰਦੀ ਹੈ ਜਦੋਂ ਤੁਹਾਡੀ ਇਨਕਮ ਇਨਕਰੀਜ਼ ਹੋ ਜਾਏ। ਮਤਲਬ ਇਫ ਯੂ ਅਰਨ ਮੋਰ, ਜਿਹੜੇ ਗੁੱਡਸ ਨੂੰ ਤੁਸੀਂ ਜ਼ਿਆਦਾ ਖਰੀਦਣਾ ਸ਼ੁਰੂ ਕਰ ਦੋਗੇ ਉਹ ਤੁਹਾਡੇ ਵਾਸਤੇ ਕੀ ਹੋ ਜਾਣਗੇ, ਨਾਰਮਲ ਗੁੱਡ ਹੋ ਜਾਣਗੇ। ਇਟ ਡਿਪੈਂਡਸ ਔਨ ਦਾ ਇਨਕਮ ਆਫ ਦਾ ਕੰਜ਼ਿਊਮਰ, ਕਿ ਕਿਹੜਾ ਸਮਾਨ ਤੁਸੀਂ ਜ਼ਿਆਦਾ ਖਰੀਦਦੇ ਹੋ। ਜਦੋਂ ਤੁਹਾਡੀ ਇਨਕਮ ਵੱਧ ਜਾਂਦੀ ਹੈ ਉਹ ਸਾਰੇ ਗੁੱਡਸ ਸਾਡੇ ਵਾਸਤੇ ਕੀ ਹੋ ਜਾਣਗੇ, ਨਾਰਮਲ ਗੁੱਡਸ ਹੋ ਜਾਣਗੇ। ਸੋ ਨਾਰਮਲ ਗੁੱਡ ਕੀ ਹੋ ਗਿਆ, ਨਾਰਮਲ ਗੁੱਡ ਰੈਫਰਸ ਟੂ ਦੈਟ ਗੁੱਡ ਹੂਜ਼ ਡਿਮਾਂਡ ਇਨਕਰੀਜ਼es ਵਿਦ ਇਨਕਰੀਜ਼ ਇਨ ਇਨਕਮ ਐਂਡ ਡਿਮਾਂਡ ਡਿਕਰੀਜ਼es ਐਜ਼ ਇਨਕਮ ਡਿਕਰੀਜ਼es। ਮਤਲਬ ਜਦੋਂ ਉਹਨਾਂ ਦੀ ਤੁਹਾਡੀ ਇਨਕਮ ਇਨਕਰੀਜ਼ ਹੋ ਜਾਂਦੀ, ਉਹਨਾਂ ਦੀ ਡਿਮਾਂਡ ਇਨਕਰੀਜ਼ ਹੋ ਜਾਂਦੀ ਹੈ। ਜਦੋਂ ਤੁਹਾਡੀ ਇਨਕਮ ਡਿਕਰੀਜ਼ ਹੋ ਜਾਂਦੀ, ਉਹਨਾਂ ਦੀ ਡਿਮਾਂਡ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਮਤਲਬ ਇਹਨਾਂ ਦੇ ਵਿੱਚ ਡਾਇਰੈਕਟ ਰਿਲੇਸ਼ਨ ਹੈ ਕਿਹਦੇ ਵਿੱਚ, ਇਨਕਮ ਆਫ ਦਾ ਕੰਜ਼ਿਊਮਰ ਐਂਡ ਡਿਮਾਂਡ ਆਫ ਏ ਗੁੱਡ। ਦੇਖੋ ਇੱਥੇ ਇਨਕਮ ਨੂੰ ਅਸੀਂ ਡਿਨੋਟ ਕਰਦੇ ਹਾਂ ਵਾਈ ਦੇ ਨਾਲ। ਜਦੋਂ ਇਨਕਮ ਇਨਕਰੀਜ਼ ਹੋ ਜਾਵੇ, ਡਿਮਾਂਡ ਫॉर ਨਾਰਮਲ ਗੁੱਡਸ ਕੀ ਹੋ ਗਈ, ਇਨਕਰੀਜ਼ ਹੋ ਗਈ, ਅਸੀਂ ਜ਼ਿਆਦਾ ਸਮਾਨ ਉਹ ਖਰੀਦਣਾ ਸ਼ੁਰੂ ਕਰਤਾ। ਜਦੋਂ ਸਾਡੀ ਇਨਕਮ ਘਟ ਜਾਵੇ ਅਸੀਂ ਡਿਮਾਂਡ ਫॉर ਨਾਰਮਲ ਗੁੱਡਸ ਕੀ ਕਰ ਦਿੰਦੇ, ਡਿਕਰੀਜ਼ ਕਰ ਦਿੰਦੇ। ਇਹਦੀਆਂ ਦੋ ਐਗਜ਼ਾਮਪਲ ਹੈ, ਫੁੱਲ ਕਰੀਮ ਮਿਲਕ ਜਿਹਦੇ ਵਿੱਚ ਪ੍ਰੋਪਰ ਫੈਟ ਹੁੰਦਾ ਹੈ, ਠੀਕ ਹੈ। ਜਿਵੇਂ ਵੇਰਕਾ ਦਾ ਔਰੇਂਜ ਪੈਕੇਟ ਆਉਂਦਾ ਉਹ ਮਹਿੰਗਾ ਹੋਏਗਾ ਐਜ਼ ਕੰਪੇਅਰ ਟੂ ਗ੍ਰੀਨ ਐਂਡ ਯੈਲੋ ਪੈਕੇਟਸ, ਬਿਕੋਜ਼ ਉਹ ਕੀ ਹੈ, ਨਾਰਮਲ ਗੁੱਡ ਹੈਗਾ। ਲੋਕੀ ਕਦੋਂ ਖਰੀਦਣਗੇ, ਜਦੋਂ ਉਹਨਾਂ ਦੀ ਇਨਕਮ ਜ਼ਿਆਦਾ ਹੁੰਦੀ ਜਾਏਗੀ, ਅਸੀਂ ਫੁੱਲ ਕਰੀਮ ਮਿਲਕ ਜਿਹੜਾ ਉਹ ਲੈਂਦੇ ਜਾਵਾਂਗੇ। ਨੈਕਸਟ ਇਜ਼ ਦਾ ਬਾਸਮਤੀ ਰਾਈਸ ਇਜ਼ ਆਲਸੋ ਐਗਜ਼ਾਮਪਲ ਆਫ ਨਾਰਮਲ ਗੁੱਡ। ਜਦੋਂ ਸਾਡੀ ਇਨਕਮ ਇਨਕਰੀਜ਼ ਹੋਏਗੀ ਸਾਡੀ ਡਿਮਾਂਡ ਇਨਕਰੀਜ਼ ਹੋ ਜਾਏਗੀ ਬਾਸਮਤੀ ਗੁੱਡਸ ਦੀ, ਰਾਈਸ ਦੀ। ਨੈਕਸਟ ਆ ਜਾਓ, ਡੈਟ ਇਜ਼ ਦਾ ਇਨਫੀਰੀਅਰ ਗੁੱਡ। ਇਨਫੀਰੀਅਰ ਇਟਸੈਲਫ ਸ਼ੋਜ਼ ਕਿ ਅਸੀਂ ਕਹਿੰਦੇ ਹਾਂ ਜਿਹਦੀ ਕੁਆਲਿਟੀ ਪੂਅਰ ਹੋਏਗੀ। ਹੁਣ ਇਨਫੀਰੀਅਰ ਗੁੱਡ ਇਹੋ ਜਿਹੇ ਗੁੱਡਸ ਹੈਗੇ ਨੇ ਜਿਨ੍ਹਾਂ ਦੀ ਡਿਮਾਂਡ ਕਦੋਂ ਵਧੇਗੀ, ਜਦੋਂ ਲੋਕਾਂ ਦੀ ਇਨਕਮ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਔਰ ਇਹਨਾਂ ਦੀ ਡਿਮਾਂਡ ਕਦੋਂ ਘਟੇਗੀ, ਜਦੋਂ ਇਹਨਾਂ ਦੀ ਇਨਕਮ ਕੀ ਹੋ ਜਾਏਗੀ, ਇਨਕਰੀਜ਼। ਧਿਆਨ ਨਾਲ ਦੇਖੋ, ਇਨਫੀਰੀਅਰ ਗੁੱਡ ਰੈਫਰਸ ਟੂ ਦੋਜ਼ ਗੁੱਡਸ ਹੂਜ਼ ਡਿਮਾਂਡ ਇਨਕਰੀਜ਼es। ਇਹਨਾਂ ਦੀ ਡਿਮਾਂਡ ਕਦੋਂ ਇਨਕਰੀਜ਼ ਹੋਏਗੀ, ਵੈਨ ਇਨਕਮ ਆਫ ਦਾ ਕੰਜ਼ਿਊਮਰ ਡਿਕਰੀਜ਼es and whose demand decreases when income of the consumer increases। ਇਹਦਾ ਮਤਲਬ ਇਨਵਰਸ ਜਾਂ ਨੈਗੇਟਿਵ ਰਿਲੇਸ਼ਨ ਹੈ। ਇਨਕਮ ਵੱਧ ਗਈ ਅਸੀਂ ਘਟੀਆ ਸਮਾਨ ਨਹੀਂ ਖਰੀਦਾਂਗੇ, ਇਨਕਮ ਘਟ ਗਈ ਅਸੀਂ ਸਾਨੂੰ ਉਹ ਸਮਾਨ ਖਰੀਦਣਾ ਪਏਗਾ। ਐਗਜ਼ਾਮਪਲ ਹੈ ਟੋਨਡ ਮਿਲਕ, ਜਿਹਨੂੰ ਅਸੀਂ ਸਪਰੇਟਾ ਦੁੱਧ ਕਹਿੰਦੇ, ਜਿਹਦੇ 'ਚ ਫੈਟ ਬਿਲਕੁਲ ਜ਼ੀਰੋ ਦੇ ਬਰਾਬਰ ਹੁੰਦੀ ਹੈ। ਨੈਕਸਟ ਆ ਗਿਆ ਕੋਰਸ ਸੀਰੀਅਲ। ਕੋਰਸ ਸੀਰੀਅਲਸ ਜਿਹੜੇ ਹੈਗੇ ਨੇ ਉਹਨਾਂ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਹੈ। ਥੀਜ਼ ਆਰ ਦ ਕਾਈਂਡ ਆਫ ਇਨਫੀਰੀਅਰ ਗੁੱਡ। ਨੈਕਸਟ ਆ ਜਾਓ, ਥਰਡ ਫੈਕਟਰ ਇਜ਼ ਚੇਂਜ ਇਨ ਦਾ ਪ੍ਰਾਈਸ ਆਫ ਰਿਲੇਟਡ ਗੁੱਡਸ। ਰਿਲੇਟਡ ਗੁੱਡ ਮਤਲਬ ਜਿਹੜਾ ਤੁਸੀਂ ਸਮਾਨ ਖਰੀਦਣ ਗਏ ਹੋ ਉਹਦੇ ਨਾਲ ਕੀ ਰਿਲੇਟ ਕਰਦੇ। ਫੋਰ ਐਗਜ਼ਾਮਪਲ ਇਫ ਯੂ ਗੋ ਟੂ ਬਾਏ ਅ ਫਾਰਮਲ ਸ਼ਰਟ ਦੇ ਨਾਲ ਤੁਸੀਂ ਦੋ ਸ਼ਰਟ ਦੇਖੋਗੇ ਜਾਂ ਉਹਦੇ ਨਾਲ ਦੀ ਟੀ-ਸ਼ਰਟ ਦੇਖੋਗੇ, ਜਾਂ ਤੁਸੀਂ ਸ਼ਰਟ ਦੇ ਨਾਲ ਕਿਹੜਾ ਟਰਾਊਜ਼ਰ ਲੈਣਾ ਉਹ ਦੇਖੋਗੇ। ਸੋ ਰਿਲੇਟਡ ਗੁੱਡਸ ਜਾਂ ਤੇ ਸਬਸਟੀਟਿਊਟਸ ਹੁੰਦੇ ਨੇ ਜਾਂ ਕੰਪਲੀਮੈਂਟਸ ਹੁੰਦੇ ਨੇ। ਸਬਸਟੀਟਿਊਟਸ
मतलब ਜਿਹੜੇ ਇੱਕ ਦੂਜੇ ਦੀ ਥਾਂ ਦੇ ਉੱਪਰ ਵਧ ਸਕਦੇ ਹੈਗੇ ਆ, ਠੀਕ ਹੈ। ਕੰਪਲੀਮੈਂਟਸ ਜਿਹੜੇ ਸਾਨੂੰ ਉਹਦੇ ਨਾਲ ਖਰੀਦਣਾ ਪਏਗਾ, ਸ਼ਰਟ ਖਰੀਦਣੀ ਉਹਨਾਂ ਟਰਾਊਜ਼ਰ ਲੈਣਾ ਪਏਗਾ, ਟੀ-ਸ਼ਰਟ ਖਰੀਦੀ ਉਹਨਾਂ ਜੀਨਸ ਲੈਣੀ ਪਏਗੀ, ਇਹ ਕੰਪਲੀਮੈਂਟ ਗੁੱਡਸ ਹੁੰਦੇ। ਫਰਸਟ ਮੂਵਿੰਗ ਟੂ ਦ ਸਬਸਟੀਟਿਊਟ ਗੁੱਡਸ। ਸਬਸਟੀਟਿਊਟ ਗੁੱਡਸ ਆਰ ਦੋਜ਼ ਗੁੱਡਸ ਵਿਚ ਕੈਨ ਬੀ ਯੂਜ਼ਡ ਇਨ ਪਲੇਸ ਆਫ ਈਚ ਅਦਰ, ਇੱਕ ਦੂਜੇ ਦੀ ਥਾਂ ਦੇ ਉੱਪਰ ਵਰਤੇ ਜਾਂਦੇ। ਫॉर एग्जांपल ਟੀ ਐਂਡ ਕਾਫੀ, ਜੇ ਟੀ ਨਹੀਂ ਮਿਲੀ ਵੀ ਪ੍ਰੀਫਰ ਕਾਫੀ, ਜੇ ਕਾਫੀ ਨਹੀਂ ਮਿਲੀ ਵੀ ਪ੍ਰੀਫਰ ਟੀ। ਸੋ ਇਹ ਇੱਕ ਦੂਜੇ ਦੀ ਥਾਂ ਦੇ ਉੱਪਰ ਡਰਿੰਕਸ ਯੂਜ਼ ਹੁੰਦੀਆਂ। ਕੋਲਡ ਡਰਿੰਕਸ 'ਚ ਅਸੀਂ ਐਗਜ਼ਾਮਪਲ ਲੈ ਲਈ ਪੈਪਸੀ ਐਂਡ ਕੋਕੋ ਕੋਲਾ, ਬਿਕੋਜ਼ ਦੋਨਾਂ ਦਾ ਕਲਰ ਸੇਮ ਹੈਗਾ, ਡੈਟ ਮੀਨਸ ਦੇ ਕੈਨ ਬੀ ਯੂਜ਼ਡ ਇਨ ਪਲੇਸ ਆਫ ਈਚ ਅਦਰ। ਹੁਣ ਸਬਸਟੀਟਿਊਟ ਗੁੱਡ ਕਿਸ ਤਰ੍ਹਾਂ ਹੋਣਗੇ? ਲੈਟ ਸਪੋਜ਼ ਟੀ ਦਾ ਪ੍ਰਾਈਸ ਵੱਧ ਗਿਆ, ਠੀਕ ਹੈ, ਐਂਡ ਡਿਮਾਂਡ ਫॉर ਕਾਫੀ ਇਨਕਰੀਜ਼ਿਸ। ਜਦੋਂ ਲੋਕਾਂ ਨੇ ਦੇਖਣਾ ਹੈਗਾ ਚਾਹ ਦਾ ਪ੍ਰਾਈਸ ਕੀ ਹੋ ਗਿਆ, ਰਾਈਜ਼ ਹੋ ਗਿਆ, ਨਾਓ ਦ ਬਾਇਰਸ ਵਿਲ ਸ਼ਿਫਟ ਫਰॉम ਟੀ ਟੂ कॉफी। लोगों ने कहना नहीं टी एक्सपेंसिव होगी, असं कॉफी पी लैने। नाउ द बायर्स विल शिफ्ट फ्रॉम टी टू कॉफी, दैट मीन्स डिमांड फॉर कॉफी इंक्रीजेस, ठीक है। इन द सेम मैनर जो प्राइस ऑफ टी फॉल हो गया, हुण कहते नहीं जी चाह सस्ती हो गई, तो सम ऑफ द बायर्स विल शिफ्ट फ्रॉम कॉफी टू टी एंड द डिमांड फॉर कॉफी इंक्रीजेस। फिर तो ध्यान नाल सुनो, जो चाह टी का प्राइस राइज होएगा, डिमांड फॉर कॉफी की हो जाएगी, इंक्रीजेस, बिकॉज बायर्स विल शिफ्ट फ्रॉम टी टू कॉफी। नैक्सट इज कॉम्पलीमेंटरी गुड्स। कॉम्पलीमेंटरी गुड्स मतलब की कॉम्पलीमेंटरी ਅਸੀਂ ਕਹਿੰਦੇ ਨਾਲ ਸਾਨੂੰ कॉम्पलीमेंटरी ਪੀਜ਼ਾਜ਼ ਆਰਡਰ ਕੀਤੇ, ਨਾਲ ਸਾਨੂੰ ਉਹਦੇ ਨਾਲ ਜਾਂ ਪਾਸਤਾ ਆਰਡਰ ਕੀਤਾ, ਨਾਲ कॉम्पलीमेंटरी ਗਾਰਲਿਕ ਬ੍ਰੈਡ ਮਿਲੀ, ਮਤਲਬ ਜਿਹੜੀ ਉਹਦੇ ਨਾਲ ਮਿਲ ਜਾਵੇ ਸਾਨੂੰ। ਸੋ कॉम्पलीमेंटरी ਗੁੱਡਸ ਆਰ ਦੋਜ਼ ਗੁੱਡਸ ਵਿਚ ਆਰ ਜੁਆਇੰਟਲੀ ਡਿਮਾਂਡਡ, ਜਿਹੜੇ ਇਕੱਠੇ ਪਾਏ ਜਾਂਦੇ, ਜਿਵੇਂ ਸ਼ੂਜ਼ ਐਂਡ ਸੌਕਸ ਹੋ ਗਏ, ਠੀਕ ਹੈ, ਵਿਚ ਕੰਪਲੀਟ ਦਾ ਡਿਮਾਂਡ ਆਫ ਈਚ ਅਦਰ, ਜਿਹੜੀ ਇੱਕ ਦੂਜੇ ਦੀ ਡਿਮਾਂਡ ਨੂੰ ਕੀ ਕਰਦੇ ਨੇ, ਕੰਪਲੀਟ ਕਰਦੇ ਨੇ। ਫॉर एग्जांपल ब्रेड एंड बटर, कार एंड पेट्रोल, बिकॉज इफ यू हैव अ कार, ਤੁਹਾਨੂੰ ਪੈਟਰੋਲ ਤੋਂ ਬਿਨਾਂ ਤੁਹਾਡੀ ਕਾਰ ਦੀ ਡਿਮਾਂਡ ਕੰਪਲੀਟ ਨਹੀਂ ਹੋ ਰਹੀ। ਸੋ ਇੱਕ ਦੂਜੇ ਨੂੰ ਇਹ ਕੰਪਲੀਮੈਂਟ ਕਰਦੇ, ਕੰਪਲੀਟ ਕਰਦੇ ਨੇ। ਹੁਣ ਧਿਆਨ ਨਾਲ ਦੇਖੋ ਜ਼ਰਾ, ਵਿਦ ਰਾਈਜ਼ ਇਨ ਪ੍ਰਾਈਸ ਆਫ ਪੈਟਰੋਲ, ਹੁਣ ਪੈਟਰੋਲ ਮਹਿੰਗਾ ਹੋ ਗਿਆ ਤੇ ਹਾਊ ਵਿਲ ਦੇ ਯੂਜ਼ ਦ ਕਾਰ? ਇਹਦਾ ਮਤਲਬ ਡਿਮਾਂਡ ਫॉर कार्स ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ, ਬਿਕੋਜ਼ ਉਹਦੇ ਵਿੱਚ ਪੈਟਰੋਲ ਮਹਿੰਗਾ ਪੈ ਰਿਹਾ। ਵਾਈਸ ਵਰਸਾ ਮਤਲਬ ਆਪੋਜ਼ਿਟ, ਜੇ ਪੈਟਰੋਲ ਸਸਤਾ ਹੋ ਜਾਏਗਾ, डिमांड फॉर कार्स की हो जाएंगे, इंक्रीज हो जाएंगे। ईजी टू ड्राइव, जिवें ਅਸੀਂ ਅਬਰੋਡ ਦੇਖਦੇ ਹਾਂ ਉੱਥੇ ਪੈਟਰੋਲ ਦਾ ਪ੍ਰਾਈਸ ਕੀ ਹੁੰਦਾ ਹੈ, ਘੱਟ ਹੁੰਦੀਆਂ, ਇਸ ਕਰਕੇ ਲੋਕੀ EMIs ਦੇ ਉੱਪਰ ਵੀ ਕਾਰਸ ਕੀ ਲੈ ਲੈਂਦੇ ਨੇ, ਇੰਸ਼ੋਰੈਂਸ ਕਰਵਾ ਲੈਂਦੇ, ਉਹ ਸੌਰੀ ਲੋਨਸ ਦੇ ਉੱਪਰ ਕਾਰਸ ਲੈ ਲੈਂਦੇ ਨੇ। ਸੋ ਇਹ ਕੀ ਗਏ ਨੇ ਕੰਪਲੀਮੈਂਟਰੀ ਗੁੱਡਸ। ਇਹਦੇ ਵਿੱਚ ਕੀ ਹੈ, ਦੋਨਾਂ ਦਾ ਆਪਸ ਕੀ ਹੈ, ਇਨਵਰਸ ਰਿਲੇਸ਼ਨ ਹੈ, ਪ੍ਰਾਈਸ ਆਫ ਵਨ ਗੁੱਡ ਐਂਡ ਡਿਮਾਂਡ ਆਫ ਦਾ ਅਦਰ ਗੁੱਡ। ਉਹ ਕਿਸ ਤਰੀਕੇ ਨਾਲ, ਪ੍ਰਾਈਸ ਪੈਟਰੋਲ ਦਾ ਰਾਈਜ਼ ਹੋ ਗਿਆ, ਡਿਮਾਂਡ ਫॉर कार decreases. So complementary goods are those goods which are jointly demanded. Next is the very easy change in taste and preferences. साडा taste and preferences बहुत matter करता है when we are going to buy something. जे तुसी वो चीज़ दे favorable है, तानू अच्छी लगती है, तुसी ਇਹਦਾ मतलब प्राइस ਤੁਸੀਂ डिमांड ਉਹਦੀ ਕੀ ਕਰ ਦੋਗੇ, ਜ਼ਿਆਦਾ ਕਰੋਗੇ। ਜੇ ਤੁਹਾਨੂੰ ਉਹ ਚੀਜ਼ ਨਹੀਂ ਪਸੰਦ ਹੈ, ਤੁਸੀਂ ਉਹਦੀ डिमांड ਕੀ ਕਰ ਦੋਗੇ, ਘਟਾ ਦੋਗੇ। फॉर एग्जांपल इन विंटर्स, ठीक है, वूलनस की फेवरेबल चेंज हो गया, टेस्ट एंड प्रेफरेंसिस कि फेवर च है, वूलनस असी समर की डिमांड, जो समर क्लोथ कॉटन क्लोथ की डिमांड की कर देंगे, घटा देंगे। बट जो समर्स आ जाएगियाँ उदों साढ़े वास्ते की हो गया, अनफेवरेबल टेस्ट एंड प्रेफरेंसिस, असी वूलनस की डिमांड की कर देंगे, घटा देंगे। देखो, फेवरेबल चेंज इन टेस्ट एंड प्रेफरेंसिस फॉर द गुड विल रिजल्ट इन मोर डिमांड। इफ यू आर इन फेवर ऑफ दैट गुड, वो डिमांड वध जाएगी। इफ यू आर नॉट इन फेवर ऑफ दैट गुड, तुहानूं वो चीज़ नहीं पसंद, there will be decrease in demand for a good। ਉੱਪਰਲੇ ਅਸੀਂ ਜਿਹੜੇ 4 ਪੁਆਇੰਟਸ ਕੀਤੇ, ਡੈਟ ਇਜ਼ ਕਿਸੇ ਇੰਡੀਵਿਜੂਅਲ। ਹੁਣ ਮਾਰਕੀਟ ਡਿਮਾਂਡ ਦੇ ਵਿੱਚ, ਫਸਟ 4 ਪੁਆਇੰਟਸ ਵਿਲ ਬੀ ਦਾ ਸੇਮ, ਪ੍ਰਾਈਸ ਆਫ ਅ ਗੁੱਡ, ਪ੍ਰਾਈਸ ਆਫ ਰਿਲੇਟਡ ਗੁੱਡ, ਇਨਕਮ ਐਂਡ ਟੇਸਟ ਐਂਡ ਪ੍ਰੈਫਰੈਂਸਿਸ। ਬਟ ਮਾਰਕੀਟ ਡਿਮਾਂਡ ਦੇ ਵਿੱਚ 2 ਐਕਸਟਰਾ ਪੁਆਇੰਟਸ ਆ ਜਾਂਦੇ ਨੇ। वन इज द साइज ऑफ पॉपुलेशन एंड अदर इज द डिस्ट्रीब्यूशन ऑफ इनकम। वो किस तरीके ना, साइज ऑफ पॉपुलेशन बहुत मैटर करता है। लेट सपोज इफ साइज ऑफ पॉपुलेशन मतलब कंज्यूमर्स, जे तुहाडे कंज्यूमर्स एक्सपैंड हो जान, ठीक है, तो मार्केट डिमांड की हो जाएगी, इनक्रीज हो जाएगी एट सेम प्राइस। फॉर एग्जाम्पल रंजीत एवेन्यू विच सारे रेस्टोरेंट्स है ने, क्योंकि उत्थे कंज्यूमर्स ज़्यादा आते हैं, जिन्ने कंज्यूमर्स ज़्यादा आएंगे उन्नी मार्केट डिमांड की हो जाएगी, ज़्यादा हो जाएगी। जे साइज ऑफ पॉपुलेशन लोग बाहर जाके कोविड के कारण शॉपिंग नहीं करते पे, ਇਹਦਾ मतलब साइज ऑफ कंज्यूमर की हो गए, कॉन्ट्रैक्ट हो गए ने, तो मार्केट डिमांड भी की हो गई है, भावें प्राइजेस सेम है ने, मार्केट डिमांड की हो गई है, इनक्रीज हो गई। सो साइज ऑफ पॉपुलेशन या साइज ऑफ कंज्यूमर ग्रुप एक ये वास्ते असीं यूज करते हैं, डेट इज फॉर मार्केट डिमांड। नैक्सट इज द डिस्ट्रीब्यूशन ऑफ इनकम। इनकम किस तरीके नाल वंडी जाएगी कंट्री दे विच,
या तो डिस्ट्रीब्यूशन इक्वल होएगी या की होएगी अनइवन होएगी। इक्वल मतलब देयर इज अ लेस गैप बिटवीन रिच एंड पुअर। इफ इनकम इज इक्वली डिस्ट्रीब्यूटेड अमंग द पीपल द मार्केट डिमांड विल बी लो मोर बिकॉज सारे लोगों को पैसे खर्चन है। दैट मीन सारे लोग जाके मार्केट च डिमांड करेंगे। इफ इनकम डिस्ट्रीब्यूशन इज अनइवन मतलब पीपल आर आइदर रिच वेरी रिच या वेरी पुअर। एदा मतलब वेरी रिच एदा मतलब सारा पैसा उन्होंने को है। द मार्केट डिमांड विल बी लो बिकॉज पुअर पीपल दे डोंट हैव मनी। जे इक्वल है मार्केट डिमांड ज्यादा होएगी, जे अनइक्वल डिस्ट्रीब्यूशन है या तो वेरी रिच या तो वेरी पुअर है तो मार्केट डिमांड की हो जाएगी लो। सो इन टूडेज टॉपिक वी लर्न अबाउट द डिटर्मिनेंट्स ऑफ डिमांड इन केस ऑफ इंडिविजुअल डिमांड एज वेल एज इन केस ऑफ market demand. Thank you.